ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਨੰਦ ਮਾਣ ਰਹੇ ਹਾਂ। ਇਹ ਵੱਡੀਆਂ ਭਾਗਾਂ ਦੀ ਨਿਸ਼ਾਨੀ ਹੈ ਗੁਰਮੁਖ ਪਿਆਰੇ। ਵੱਡਾ ਭਾਗ ਭੇਟੈ ਗੁਰਦੇਵਾ। ਵੱਡੀਆਂ ਭਾਗਾਂ ਦੇ ਨਾਲ ਉਸ ਮਾਲਕ ਦੀ ਭੇਟ ਹੁੰਦੀ ਹੈ ਅਤੇ ਮਾਲਕ ਦੇ ਭਾਣੇ ਦੇ ਅੰਦਰ ਰਹਿ ਕੇ ਹੀ ਗੁਰਮੁਖ ਪਿਆਰਿਓ ਅਸੀਂ ਨੇ ਇਹ 9 ਦਰਵਾਜ਼ੇ ਛੱਡਣੇ ਆਪਾਂ ਨੇ। ਮਾਲਕ ਦੇ ਭਾਣੇ ਦੇ ਵਿੱਚ ਰਹਿ ਕੇ ਹੀ ਆਪਾਂ ਨੇ 9 ਦਰਵਾਜ਼ੇ ਛੱਡਣੇ ਆ ਅਤੇ ਜਿੰਨੀ ਦੇਰ ਆਪਾਂ 9 ਦਰਵਾਜ਼ੇ ਨਹੀਂ ਛੱਡਦੇ ਗੁਰਮੁਖੋ, ਓਨੀ ਦੇਰ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਿਤਾ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਕਰ ਸਕਦੇ। ਅਤੇ ਓਨੀ ਦੇਰ ਹੀ ਗੁਰਮੁਖ ਪਿਆਰਿਓ ਸਾਡਾ ਜੋ ਚਿੰਤਾਵਾਂ ਨੇ, ਜੋ ਫਿਕਰ ਨੇ, ਜੋ ਸਹਿਸੇ ਨੇ, ਦੁੱਖ ਨੇ, ਇਹ ਦੂਰ ਨਹੀਂ ਹੋਣੇ। ਕਿਉਂਕਿ ਇਹ 9 ਘਰਾਂ ਦੇ ਵਿੱਚ ਗੁਰਮੁਖ ਪਿਆਰਿਓ ਦੁੱਖ ਹੀ ਦੁੱਖ ਹੈ। ਪਾਤਸ਼ਾਹ ਨੇ ਇਹ 9 ਘਰ ਤੇ ਸਾਨੂੰ ਸਿਰਫ ਇੱਕ ਕਰਮ ਕਰਨ ਦੇ ਲਈ ਦਿੱਤੇ ਆ। ਜਦੋਂ ਕਰਮ ਤੋਂ ਵਿਹਲੇ ਹੋਈਏ ਅਸੀਂ ਇਹਨਾਂ 9 ਘਰਾਂ ਨੂੰ ਛੱਡ ਕੇ 10ਵੇਂ ਦੇ ਵਿੱਚ ਜਾਣਾ ਹੁੰਦਾ ਹੈ। 10ਵੇਂ ਦੇ ਵਿੱਚ ਕੀ ਹੈ ਏਦਾਂ ਦਾ? 10ਵੇਂ ਦੇ ਵਿੱਚ ਗੁਰਮੁਖ ਪਿਆਰਿਓ ਇਸ ਮਨ ਬੱਚੇ ਦੀ ਖੁਰਾਕ ਹੈ। ਜਿਸ ਖੁਰਾਕ ਨੂੰ ਲੈ ਕੇ ਮਨ ਬੱਚੇ ਨੇ ਹਮੇਸ਼ਾ ਦੇ ਲਈ ਅਮਰ ਹੋ ਜਾਣਾ। ਜਿਹੜਾ ਜਨਮ ਤੇ ਮਰਨ ਦਾ ਦੁੱਖ ਲੱਗਿਆ, ਇਹ ਦੁੱਖ ਦੂਰ ਹੋ ਜਾਣਾ ਗੁਰਮੁਖ ਪਿਆਰੇ। ਅਤੇ ਉਹ ਹਰ ਰਸ ਨਾਮ ਰਸ ਅੰਮ੍ਰਿਤ ਰਸ ਪੀ ਕੇ ਮਨ ਤ੍ਰਿਪਤ ਹੋ ਜਾਂਦਾ ਹੈ। ਇਹ ਜਿਹੜਾ ਖਜ਼ਾਨਾ ਹੈ ਇਹ 10ਵੇਂ ਦੁਆਰ ਦੇ ਵਿੱਚ ਪਿਆ। ਬਾਕੀ ਜੋ 9 ਦੁਆਰ ਹੈ ਆਪਣੀ ਇਸ ਕਾਇਆ ਰੂਪੀ ਗ੍ਰਹਿ ਦੇ, ਉਹ ਸਾਰੇ ਫਿੱਕੇ ਆ ਗੁਰਮੁਖ। ਇਹ ਦਾਸ ਨਹੀਂ ਕਹਿ ਰਿਹਾ, ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਵਚਨਾਂ ਤੇ ਮੋਹਰ ਲਾਉਂਦੇ ਆ। ਪਾਤਸ਼ਾਹ ਦੱਸਦੇ ਆ ਗੁਰਬਾਣੀ ਦੇ ਵਿੱਚ 9 ਦਰਵਾਜ਼ ਨਾਮੇ ਦਰ ਫਿੱਕੇ। ਕਹਿੰਦੇ ਜਿਹੜੇ ਇਹ 9 ਦਰਵਾਜ਼ੇ ਆ ਇਹ ਨਾਮੇ ਦਰਵਾਜ਼ੇ ਕਹਿੰਦੇ ਫਿੱਕੇ ਆ। ਇਹਨਾਂ ਦੇ ਵਿੱਚ ਜੋ ਵੀ ਵਸਤੂਆਂ ਪਈਆਂ ਨੇ ਕਹਿੰਦੇ ਉਹ ਫਿੱਕੀਆਂ ਨੇ। 9 ਦਰਵਾਜ਼ ਨਾਮੇ ਦਰ ਫਿੱਕੇ, ਰਸ ਅੰਮ੍ਰਿਤ 10ਵੇਂ ਚੋਈਜੈ। ਪਾਤਸ਼ਾਹ ਕਹਿੰਦੇ ਇਹ ਜਿਹੜਾ ਰਸ ਹੈ ਨਾ ਇਹ 10ਵੇਂ ਦੇ ਵਿੱਚ ਪਿਆ। ਜਦੋਂ ਤੁਸੀਂ 10ਵੇਂ ਦੇ ਵਿੱਚ ਜਾਓਗੇ ਇਹ ਅੰਮ੍ਰਿਤ ਰਸ ਤੁਹਾਨੂੰ ਚੋਂਦਾ ਹੋਇਆ ਨਜ਼ਰ ਆਏਗਾ। ਇਹ ਅੰਮ੍ਰਿਤ ਰਸ ਚੋ ਕੇ ਟਪ ਟਪ ਕੇ ਤੁਹਾਡੀ ਰਸਨਾ ਤੇ ਆ ਜਾਏਗਾ। ਫਿਰ ਗੁਰਮੁਖ ਪਿਆਰਿਓ ਜਾਨੂੰ ਜਦੋਂ ਸਾਨੂੰ ਭਲੀ ਭਾਂਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਦੱਸ ਹੀ ਦਿੱਤਾ, ਫਿਰ ਅਸੀਂ ਇਹ ਕੰਮ ਕਰਨਾ, ਇਹ ਕੰਮ ਸਿੱਖਣਾ ਪਏਗਾ। ਸਾਨੂੰ ਇਹ ਮਿਹਨਤ ਕਰਨੀ ਪਏਗੀ ਕਿ ਅਸੀਂ ਕਿਸ ਤਰੀਕੇ ਨਾਲ ਇਹਨਾਂ 9 ਦਰਵਾਜ਼ਿਆਂ ਨੂੰ ਛੱਡੀਏ, ਕਿੱਦਾਂ 8ਵੇਂ 10ਵੇਂ ਦੇ ਵਿੱਚ ਜਾਈਏ। ਅਤੇ ਜਿਹੜਾ 10ਵਾਂ ਦੁਆਰ
ਦੇ ਵਿੱਚ ਜਾਣ ਤੋਂ ਪਹਿਲਾਂ ਰਸਤੇ ਦੇ ਵਿੱਚ ਕੁਝ ਚੋਰ ਲਟੇਰੇ ਤਸਕਰ ਖੜੇ ਆ। ਜਿਹੜੇ ਚੋਰ ਲਟੇਰੇ ਹੁੰਦੇ ਆ ਉਹ ਖੜੇ ਆ। ਜਿੱਦਾਂ ਆਪਾਂ ਪਹਿਲਾਂ ਦ੍ਰਿਸ਼ਟਮਾਨ ਕਹਾਣੀ ਸੁਣਦੇ ਹਾਂ ਸੀ, ਆਪਣਾ ਮਨ ਵੀ ਹੁਣ 10ਵੇਂ ਦੁਆਰ ਦੇ ਵਿੱਚ ਆਰਾਮ ਕਰਨ ਦੇ ਲਈ ਜਾਂਦਾ ਹੈ। ਏਦਾਂ ਹੀ ਆਰਾਮ ਕਰਨ ਦੇ ਲਈ ਆਪਾਂ ਇੱਕ ਦ੍ਰਿਸ਼ਟਮਾਨ ਕਹਾਣੀ ਸੁਣਦੇ ਸੀ ਬਚਪਨ ਤੋਂ, ਕਿ ਇੱਕ ਸੱਜਣ ਠੱਗ ਹੋਇਆ, ਗੁਰਮੁਖੋ ਸੱਜਣ ਠੱਗ। ਜਦੋਂ ਰਸਤੇ ਦੇ ਰਾਹਗੀਰਾਂ ਨੂੰ ਆਉਂਦਿਆਂ ਜਾਂਦਿਆਂ ਹਨੇਰਾ ਹੋ ਜਾਂਦਾ, ਥੱਕ ਜਾਂਦੇ, ਪਹਿਲਾਂ ਪੈਦਲ ਤੁਰ ਕੇ ਹੀ ਯਾਤਰੀ ਜਾਂਦੇ ਹੁੰਦੇ ਇੱਕ ਥਾਂ ਤੋਂ ਦੂਜੀ ਥਾਂ, ਅਤੇ ਜਦੋਂ ਉਹ ਵਾਟਾਵਾਂ ਦੂਰ ਦੀਆਂ ਸੀ, ਰਸਤੇ ਦੂਰ ਦੇ ਸੀ, ਪੈਂਡੇ ਦੂਰ ਦੇ ਸੀ, ਰਸਤੇ ਦੇ ਵਿੱਚ ਕੋਈ ਨਾ ਕੋਈ ਧਰਮਸ਼ਾਲਾ ਵਗੈਰਾ ਹੁੰਦੀਆਂ ਜਿੱਥੇ ਜਾ ਕੇ ਯਾਤਰੀ ਰੁਕ ਜਾਂਦੇ। ਪਰ ਇੱਕ ਸੱਜਣ ਠੱਗ ਨੇ ਧਰਮਸ਼ਾਲਾ ਬਣਾਈ ਹੋਈ ਸੀ। ਉਸ ਦਾ ਖੁੱਲਾ ਸੱਦਾ ਸੀ ਕਿ ਕੋਈ ਵੀ ਇਸ ਧਰਮਸ਼ਾਲਾ ਦੇ ਵਿੱਚ ਆਵੇ, ਅਤੇ ਉਸ ਨੇ ਉੱਥੇ ਗੁਰਮੁਖ ਪਿਆਰਿਓ ਏਦਾਂ ਦੇ ਖਤਰਨਾਕ ਬੰਦੇ ਬਿਠਾਏ ਹੋਏ ਸੀ ਕਿ ਪਹਿਲਾਂ ਤੇ ਉਸ ਦੀ ਆਓ ਭਗਤ ਕਰਦੇ ਸੀ, ਪਰ ਰਾਤ ਨੂੰ ਜਦੋਂ ਉਹ ਯਾਤਰੀ ਸੌਂ ਜਾਂਦਾ ਤੇ ਉਸ ਦਾ ਸਾਰਾ ਸਮਾਨ ਉਹ ਲੁੱਟ ਲੈਂਦੇ ਸੀ। ਅਤੇ ਇਸੇ ਤਰੀਕੇ ਨਾਲ ਉਹ ਜਿੱਦਾਂ ਹੁਣ 10ਵਾਂ ਦੁਆਰ ਹੈ, ਯਾਤਰੀ ਤੇ ਉੱਥੇ ਆਰਾਮ ਕਰਨ ਦੇ ਲਈ ਗਿਆ ਸੀ। ਉਸ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਆਪਣਾ ਸਮਾਨ ਵੀ ਲੁਟਾ ਕੇ ਆ ਜਾਊਂਗਾ, ਕਿ ਇਹ ਯਾਤਰਾ ਧਰਮਸ਼ਾਲਾ ਨਹੀਂ ਹੈ, ਇਹ ਚੋਰਾਂ ਦਾ ਅੱਡਾ ਹੈ। ਉਸ ਯਾਤਰੀ ਨੂੰ ਨਹੀਂ ਪਤਾ ਸੀ। ਏਦਾਂ ਹੀ ਗੁਰਮੁਖ ਪਿਆਰਿਓ ਇਸ ਗ੍ਰਹਿ ਦੇ ਅੰਦਰ ਵੀ ਇਹ ਤਸਕਰ ਰਹਿੰਦੇ ਆ, ਚੋਰ ਰਹਿੰਦੇ ਆ। ਪਾਤਸ਼ਾਹ ਗੁਰਬਾਣੀ ਦੇ ਵਿੱਚ ਕਲੀਅਰ ਕਰ ਦਿੰਦੇ ਆ, ਕਹਿੰਦੇ ਜਦੋਂ ਮਨ ਬੱਚਾ ਇੱਥੇ ਆਉਂਦਾ ਤਾਂ ਤਸਕਰ ਪਹਿਲਾਂ ਹੀ ਲੁੱਟ ਲੈਂਦੇ ਆ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਏਕ ਗ੍ਰਹਿ 10 ਦੁਆਰ ਹੈ। ਕਹਿੰਦੇ ਘਰ ਇੱਕ ਹੈ, ਇਹ ਸਾਡਾ ਕਾਇਆ ਰੂਪੀ ਘਰ ਇੱਕ ਹੈ, ਪਰ ਦੁਆਰ ਇਹਦੇ ਅਲੱਗ ਅਲੱਗ 10 ਬਣਾ ਦਿੱਤੇ। ਏਕ ਗ੍ਰਹਿ 10 ਦੁਆਰ ਹੈ, ਜਾ ਕੇ ਅਹਨਸ ਤਸਕਰ ਪੰਜ ਚੋਰ ਲਗਈਆ। ਕਹਿੰਦੇ ਇਹਨਾਂ ਗ੍ਰਹਿ ਦੇ ਵਿੱਚ ਤਸਕਰ ਨੇ, ਕਹਿੰਦੇ 5, ਜਿਨ੍ਹਾਂ ਨੂੰ ਚੋਰ ਵੀ ਕਹਿ ਦਿੰਦੇ ਆ। ਕਹਿੰਦੇ ਉਹ ਚੋਰ ਲੁੱਟ ਲੈਂਦੇ ਆ। ਕੀ ਲੁੱਟਦੇ ਆ? ਇਸ ਮਨ ਬੱਚੇ ਦੇ ਕੋਲ ਲੁੱਟਣ ਨੂੰ ਕੀ ਹੈ? ਇਸ ਮਨ ਬੱਚੇ ਦੇ ਕੋਲ ਲੁੱਟਣ ਨੂੰ ਗੁਰਮੁਖ ਪਿਆਰਿਓ ਇਸ ਮਨ ਬੱਚੇ ਦੀ ਖੁਰਾਕ ਹੈ। ਜਿਸ ਖੁਰਾਕ ਨੂੰ ਲੈ ਕੇ ਇਸ ਬੱਚੇ ਨੇ ਅਮਰ ਹੋ ਜਾਣਾ ਹੈ ਹਮੇਸ਼ਾ ਹਮੇਸ਼ਾ ਦੇ ਲਈ। ਜੋ ਇਹ ਲੋਕ ਦੇ ਵਿੱਚ ਆਏ, ਇੱਥੋਂ ਇਹ ਜਿੱਤ ਕੇ ਜਾਣ ਦੇ ਲਈ ਉਸ ਨੂੰ ਇਹ ਖੁਰਾਕ ਨਿਹਤ ਹੀ ਜ਼ਰੂਰੀ ਹੈ। ਪਰ ਇਹ 5 ਚੋਰ ਕੀ ਕਰਦੇ ਹੈ? ਮਨ ਬੱਚੇ ਦੀ ਇਹ ਖੁਰਾਕ ਨੂੰ ਲੁੱਟ ਲੈਂਦੇ। ਪਾਤਸ਼ਾਹ ਆਪਾਂ ਨੂੰ ਗੁਰਬਾਣੀ ਦੇ ਵਿੱਚ ਦੱਸਦੇ ਆ, ਇਸ ਦੇ ਹੀ ਮੈਂ 5 ਚੋਰ ਵਸੈ। ਪਾਤਸ਼ਾਹ ਕਹਿੰਦੇ ਇਸ ਕਾਇਆ ਦੇ ਵਿੱਚ 5 ਚੋਰ ਵੀ ਰਹਿੰਦੇ। ਇਸ ਦੇ ਹੀ ਮੈਂ 5 ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਉਹਨਾਂ ਦੇ ਨਾਂ ਦੱਸੇ ਆ ਕਿ ਇਹ ਨਾਂ ਨੇ ਇਹਨਾਂ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਫਿਰ ਅਸੀਂ ਪੁੱਛਣਾ ਪਿਤਾ ਇਹ ਕੀ ਕਰਦੇ ਆ? ਫਿਰ ਗੁਰਮੁਖੋ ਪਾਤਸ਼ਾਹ ਦੱਸਦੇ ਆ ਗੁਰਬਾਣੀ ਦੇ ਵਿੱਚ, ਕਹਿੰਦੇ ਤੁਸੀਂ ਮੂਰਖ ਹੋ ਗਏ, ਮਨਮੁਖ ਹੋ ਗਏ ਤੁਸੀਂ।
ਤੁਹਾਡੇ ਕੋਲੇ ਗੁਰੂ ਦੀ ਮੱਤ ਨਹੀਂ ਰਹੀ, ਤੁਸੀਂ ਮਨ ਦੀ ਮੱਤ ਦੇ ਮਗਰ ਚੱਲਦੇ ਹੋ। ਮਨ ਦੀ ਮੱਤ ਦੇ ਮਗਰ ਚੱਲਣ ਵਾਲੇ ਜੀਵ ਨੂੰ ਅੰਦਰ ਦਾ ਭੇਦ ਨਹੀਂ ਆਉਂਦਾ। ਪਾਤਸ਼ਾਹ ਕਹਿੰਦੇ 10ਵੇਂ ਦੁਆਰ ਦੇ ਵਿੱਚ ਅੰਮ੍ਰਿਤ ਰੱਖਿਆ ਸੀ, ਇਸ ਮਨ ਬੱਚੇ ਦੀ ਖੁਰਾਕ, ਪਰ ਇਹ ਪੰਜੇ ਚੋਰ ਉਸ ਨੂੰ ਲੁੱਟ ਲੈਂਦੇ ਆ। ਮਨਮੁੱਖ ਨੂੰ ਪਤਾ ਨਹੀਂ ਲੱਗਦਾ। ਪਾਤਸ਼ਾਹ ਗੁਰਬਾਣੀ ਦੇ ਵਿੱਚ ਦੱਸਦੇ ਹੈ, ਇਸ ਦੇ ਹੀ ਮੈਂ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਪਾਤਸ਼ਾਹ ਕਹਿੰਦੇ ਕੋਈ ਪੁਕਾਰ ਹੀ ਨਹੀਂ ਸੁਣਦਾ ਇਸ ਨੂੰ। ਗੁਰਮੁਖ ਪਿਆਰਿਓ, ਆਪਾਂ ਨੇ ਇਹ ਅੰਮ੍ਰਿਤ ਨੂੰ ਬਚਾਉਣਾ ਹੈ, ਆਪਾਂ ਇਹ ਅੰਮ੍ਰਿਤ ਮਨ ਬੱਚੇ ਨੂੰ ਪਿਆਉਣਾ ਹੈ, ਤਾਂ ਇਹ ਮਨ ਬੱਚਾ ਤ੍ਰਿਪਤ ਹੋਏਗਾ। ਜਦੋਂ ਗੁਰਮੁਖ ਪਿਆਰਿਓ ਕੋਈ ਜੀਵ ਆਪਣੇ ਘਰ ਰੱਜ ਕੇ ਬਹਿ ਜਾਂਦਾ, ਫਿਰ ਉਸ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਸ ਨੂੰ ਤ੍ਰਿਪਤੀ ਹੋ ਗਈ। ਉਹ ਸ਼ਾਂਤ ਹੈ, ਉਹਦੀ ਭੜਕਣਾ ਬੰਦ ਹੈ। ਪਰ ਜਿਹੜਾ ਭੁੱਖਾ ਹੈ, ਉਸਨੇ ਤੇ ਬਾਹਰ ਦੌੜਨਾ ਹੀ ਦੌੜਨਾ। ਇਸੇ ਕਰਕੇ ਅਸੀਂ ਮਨ ਬੱਚੇ ਨੂੰ ਦਸ਼ਾਂ ਦਿਸ਼ਾਵਾਂ ਦੇ ਵਿੱਚ ਜਾਣ ਤੋਂ ਰੋਕ ਸਕਦੇ ਹਾਂ, ਆਪਣੇ ਹੱਥ ਹੈ। ਪਰ ਜੇਕਰ ਕਿਤੇ ਅਸੀਂ ਇਸ ਨੂੰ ਅੰਮ੍ਰਿਤ ਦੀ ਦਾਤ ਦੇ ਦਿੰਦੇ ਹਾਂ, ਅੰਮ੍ਰਿਤ ਦੀ ਦਾਤ ਕਿੱਥੇ ਹੈ, ਅਸੀਂ ਇਹ ਵੀ ਪਾਤਸ਼ਾਹ ਨੂੰ ਪੁੱਛ ਲੈਂਦੇ ਹਾਂ। ਪਾਤਸ਼ਾਹ ਆਪਾਂ ਨੂੰ ਗੁਰਬਾਣੀ ਦੇ ਵਿੱਚ ਦੱਸਦੇ ਆ, ਪਾਤਸ਼ਾਹ ਨੇ ਕੋਈ ਵੀ ਚੀਜ਼ਾਂ ਦਾ ਪਰਦਾ ਨਹੀਂ ਰੱਖਿਆ। ਗੁਰਮੁਖ ਪਿਆਰਿਓ, ਪਾਤਸ਼ਾਹ ਕਹਿ ਰਹੇ ਹੈ, ਅੰਮ੍ਰਿਤ ਖੁੰਟਾ ਅੰਤਰ ਭਰਿਆ। ਖੁੰਟਾ ਕਹਿੰਦੇ ਖੂਹ ਨੂੰ, ਕਹਿੰਦੇ ਅੰਮ੍ਰਿਤ ਦਾ ਖੂਹ ਤੇ ਅੰਦਰ ਭਰਿਆ ਪਿਆ ਭਲਿਆ ਤੇ। ਅੰਮ੍ਰਿਤ ਖੁੰਟਾ ਅੰਤਰ ਭਰਿਆ, ਸ਼ਬਦ ਦੀ ਕਾਢ ਪੀਏ ਪਨਿਹਾਰੀ। ਕਹਿੰਦੇ ਅੰਮ੍ਰਿਤ ਦਾ ਖੂਹ ਤੇਰੇ ਅੰਦਰ ਹੈ, ਉਹ ਤੈਨੂੰ ਬਾਹਰ ਜਾਣ ਦੀ ਕਿਤੇ ਵੀ ਲੋੜ ਨਹੀਂ। ਤੂੰ ਪੀ। ਪਿਤਾ ਜੀ ਕਿੱਦਾਂ ਪੀਵਾਂ? ਪਿਤਾ ਨੇ ਦੱਸਿਆ। ਪਿਤਾ ਕਹਿੰਦੇ ਸ਼ਬਦ ਦੇ ਦੁਆਰਾ ਪੀ, ਸ਼ਬਦ ਨੂੰ ਦ੍ਰਿੜ ਕਰ, ਸ਼ਬਦ ਦੇ ਦੁਆਰਾ ਅੰਦਰ ਉਤਰਨਾ ਸਿੱਖ। ਸ਼ਬਦ ਦੇ ਦੁਆਰਾ 10ਵੇਂ ਦੁਆਰ ਜਾਣਾ ਸਿੱਖ, ਉੱਥੇ ਅੰਮ੍ਰਿਤ ਦਾ ਖੂਹ ਹੈ। ਅੰਮ੍ਰਿਤ ਖੁੰਟਾ ਅੰਤਰ ਭਰਿਆ। ਖੁੰਟਾ ਖੂਹ ਨੂੰ ਕਹਿ ਦਿੰਦੇ ਆ, ਖੂਹ ਕਹਿੰਦੇ ਅੰਦਰ ਭਰਿਆ ਪਿਆ। ਕਿੱਦਾਂ ਕੱਢੀਏ? ਪਾਤਸ਼ਾਹ ਕਹਿੰਦੇ ਆ, ਸ਼ਬਦ ਦੇ ਕਾਢ ਪੀਏ ਪਨਿਹਾਰੀ। ਕਹਿੰਦੇ ਸ਼ਬਦ ਦੇ ਨਾਲ ਕੱਢ ਕੇ ਪੀ ਲੈ। ਸ਼ਬਦ ਕਿਹੜਾ ਹੈ? ਵਾਹਿਗੁਰੂ ਗੁਰਮੰਤਰ ਹੈ, ਜਪ। ਇਹ ਹੈ ਗੁਰਮੁਖ ਪਿਆਰਿਓ ਸ਼ਬਦ। ਇਸ ਦੇ ਨਾਲ ਆਪਾਂ ਨੇ ਅੰਮ੍ਰਿਤ ਕੱਢਣਾ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਹੋਈ। ਪਰ ਜਪਦੇ ਵੀ ਹਾਂ, ਸੰਗਤ ਨੇ ਕਹਿ ਦੇਣਾ ਵੀਰ ਜੀ ਹੁਣ ਤੇ ਬਹੁਤ ਜਪਦੇ ਆ। ਪਰ ਗੁਰਮੁਖ ਪਿਆਰਿਓ ਆਪੋ ਆਪਣੇ ਮਨਾਂ ਦੇ ਵਿੱਚ ਝਾਤੀ ਮਾਰ ਲੈਣੀ ਕਿ ਅਸੀਂ ਜੋ ਵੀ ਕਾਰਿਆ ਕਰਦੇ ਹਾਂ, ਕਿ ਉਸ ਦੇ ਵਿੱਚ ਗੁਰੂ ਦੀ ਮੱਤ ਹੈ। ਜੇ ਗੁਰੂ ਦੀ ਮੱਤ ਹੈ ਤਾਂ ਧੰਨ ਭਾਗ, ਵੱਡਿਆਂ ਭਾਗਾਂ ਵਾਲੇ ਜੀਵ ਆ ਗੁਰਮੁਖ ਪਿਆਰਿਓ, ਜੇ ਗੁਰੂ ਦੀ ਮੱਤ ਹੈ। ਜੇਕਰ ਗੁਰੂ ਦੀ ਮੱਤ ਤੋਂ ਬਗੈਰ ਅਸੀਂ ਸਿਮਰਨ ਕਰ ਰਹੇ ਹਾਂ, ਗੁਰੂ ਦੀ ਮੱਤ ਤੋਂ ਬਗੈਰ ਇਸ ਸ਼ਬਦ ਦੇ ਨਾਲ ਅੰਮ੍ਰਿਤ ਕੱਢ ਕੇ ਪੀਣਾ ਚਾਹੁੰਦੇ ਹਾਂ, ਤਾਂ ਗੁਰਮੁਖ ਪਿਆਰਿਓ ਨਾਮੁਮਕਿਨ ਹੈ। ਫਿਰ ਆਪਾਂ ਨੂੰ ਉਪਲਬਧ ਨਹੀਂ ਹੋਣਾ ਜੇਕਰ ਅਸੀਂ ਆਪਣੀ ਮੱਤ ਨੂੰ ਅਪਣਾਈਏ ਅਤੇ ਅਸੀਂ ਗੁਰੂ ਦੀ ਮੱਤ ਨੂੰ ਛੱਡੀਏ। ਇੱਕੋ ਇੱਕ ਚਰਨਾਂ ਦੇ ਵਿੱਚ ਬੇਨਤੀ ਹੈ ਸੰਗਤ ਦੇ, ਕਿ ਆਪਾਂ ਨੇ ਦਿਨ ਦੇ ਵਿੱਚ ਜੋ ਵੀ ਕਦਮ ਪੁੱਟਣਾ, ਆਪਾਂ ਨੇ ਉਸ ਦੇ ਵਿੱਚ ਗੁਰੂ ਦੀ ਮੱਤ ਨੂੰ ਧਾਰਨ ਕਰਨਾ। ਗੁਰਮੁਖ ਪਿਆਰਿਓ, ਜਿਉਂ ਹੀ ਮਨ ਬੱਚਾ
इस काया दे अंदर प्रवेश करदा है, उस वेले तो ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ने सानू समझाउणा शुरू कर दिता। जो ही ਅੰਮ੍ਰਿਤ ਵੇਲੇ मन बच्चा इस काया दे विच प्रवेश करदा है, हर रोज करदा है। उथों ही पातशाह इस मन बच्चे नूं समझाउंदे आ। की कहंदे आ? कहंदे पुत्र, रात नूं गुरमुख प्यारिओ असीं अपने घर हुंदे आ, सवेरे ये मन बच्चा प्रदेश दे विच आ जांदा है। किस लई आउंदा है? ਵਪਾਰ ਕਰਨ ਦੇ ਲਈ ਆਉਂਦਾ ਹੈ। ਧਨ ਲੈ ਕੇ ਆਉਂਦਾ ਪਿੱਛੋਂ, ਉਸ ਧਨ ਦੇ ਨਾਲ ਇਸ ਨੇ ਵਪਾਰ ਕਰਨਾ ਹੁੰਦਾ ਹੈ। ਅਤੇ ਇਹ ਵੀ ਪਾਤਸ਼ਾਹ ਇਸ ਮਨ ਬੱਚੇ ਨੂੰ ਸਮਝਾ ਰਹੇ ਆ ਕਿ ਤੂੰ ਬਗਾਨੇ ਦੇਸ਼ ਦੇ ਵਿੱਚ ਜਾਏਂਗਾ, ਜਦੋਂ ਹੀ ਤੂੰ ਬਾਰਡਰ ਨੂੰ ਕ੍ਰਾਸ ਕਰੇਂਗਾ, ਜਿਹੜਾ ਉਹ ਦਰ ਹੈ ਉੱਥੇ ਉਹਨਾਂ ਦਾ, ਉਸ ਦਰ ਦੇ ਉੱਤੇ ਪਹਿਰੇਦਾਰ ਬਣ ਕੇ ਠੱਗ ਤੇ ਚੋਰ ਬੈਠੇ ਹੋਏ ਆ। ਕਹਿੰਦੇ ਇਸ ਦਰ ਦੇ ਉੱਤੇ ਪਹਿਰੇਦਾਰ ਦੇ ਰੂਪ ਦੇ ਵਿੱਚ ਠੱਗ ਤੇ ਚੋਰ ਬੈਠੇ ਹੋਏ ਐ, ਤੂੰ ਉਹਨਾਂ ਤੋਂ ਬਚ ਕੇ ਰਹਿਣਾ। ਤੂੰ ਉਹਨਾਂ ਤੋਂ ਬਚ ਕੇ ਰਹਿਣਾ। ਪਾਤਸ਼ਾਹ ਗੁਰਬਾਣੀ ਦੇ ਵਿੱਚ ਫਰਮਾਉਂਦੇ ਆ, ਪੰਜ ਪਹਿਰਵਾ ਦਰ ਪੈ ਰਹਤੇ, ਪਹਿਰਵਾ ਕਹਿੰਦੀ ਹੈ ਪਹਿਰੇਦਾਰਾਂ ਨੂੰ, ਪੰਜ ਪਹਿਰਵਾ दर पे रहते उनका नहीं पतियारा, पतियारा कहते विसा करना, विश्वास करना, कहते उन्हों का कोई विशा ना करे। कहते पंज पहरवा दर पे रहते इनका नहीं पतियारा, चेत सुचेत होए रहो मन। कहते मना तू जदों उत्थे जाएगा तू सचेत हो जाए, तू चेत सचेत हो जाए। ध्यान रखी कि वो तेरा स्वासा रूपी खजाना लुटना ना शुरू कर दे। पंज पहरवा दर पे रहते इनका नहीं पतियारा, चेत सचेत होए रहो मन, लै प्रकाश उजारा। हुण गुरमुख प्यारिओ, किवें सचेत होना है असीं? किवें ਉਹ ਸਾਡੇ ਸਵਾਸਾਂ ਨੂੰ ਲੁੱਟਦੇ ਆ? ਕਿੱਦਾਂ ਲੁੱਟਦੇ ਆ ਉਹ ਸਾਡੇ ਸਵਾਸਾਂ ਨੂੰ? ਜਦੋਂ ਆਪਾਂ ਨੇ ਅੰਮ੍ਰਿਤ ਵੇਲੇ ਇਹ ਮਨ ਬੱਚਾ ਇਸ ਕਾਇਆ ਦੇ ਵਿੱਚ ਹਾਜ਼ਰ ਹੋਇਆ, ਭਾਵ ਸਾਨੂੰ ਨੀਂਦ ਤੋਂ ਬਾਅਦ ਇੰਜ ਮਹਿਸੂਸ ਹੋਇਆ ਕਿ ਸਾਨੂੰ ਹੁਣ ਜਾਗ ਆਉਣ ਲੱਗੀ ਹੈ। ਜਦੋਂ ਸਾਨੂੰ ਜਾਗ ਆਉਂਦੀ ਹੈ, ਜਾਗ ਆਉਣ ਦਾ ਭਾਵ ਇਹ ਮਨ ਬੱਚਾ ਇਸ ਦੇਹੀ ਦੇ ਅੰਦਰ ਦਾਖਲ ਹੋ ਗਿਆ। ਮਨ ਬੱਚਾ ਦੇਹੀ ਦੇ ਅੰਦਰ ਦਾਖਲ ਹੋ ਗਿਆ। ਜਿਉਂ ਹੀ ਮਨ ਬੱਚਾ ਦੇਹੀ ਦੇ ਅੰਦਰ ਦਾਖਲ ਹੁੰਦਾ, ਇਹ ਪੰਜੇ ਚੋਰ ਉਸ ਨੂੰ ਫੁਰਨਾ ਦੇਣਾ ਸ਼ੁਰੂ ਕਰ ਦਿੰਦੇ ਆ। ਫੁਰਨਾ ਦੇਣਾ ਸ਼ੁਰੂ ਕਰ ਦਿੰਦੇ ਆ। ਪਹਿਲੀ ਵਾਰ ਫਟਾਫਟ ਦੇਖਦਾ, ਉਹ ਮੈਂ ਤਾਂ ਲੇਟ ਹੋ ਗਿਆ, ਮੈਂ ਤੇ ਲੇਟ ਹੋ ਗਿਆ। ਲੇਟ ਹੋਣ ਦੇ ਵਿੱਚ ਪਰਿਵਾਰ ਦੇ ਮੈਂਬਰਾਂ ਦਾ ਦੋਸ਼ ਠਹਿਰਾਉਣਾ ਸ਼ੁਰੂ ਕਰ ਦਿੰਦਾ ਹੈ। ਤੁਸੀਂ ਰਾਤ ਨੂੰ ਜਲਦੀ ਨਹੀਂ ਸੁੱਤੇ ਤਾਂ ਲੇਟ ਹੋ ਗਿਆ, ਤੁਸੀਂ ਮੈਨੂੰ ਉਠਾਇਆ ਨਹੀਂ ਮੈਂ ਤਾਂ ਲੇਟ ਹੋ ਗਿਆ। ਪਰ ਇਹ ਖੇਲ ਕੀ ਹੈ ਅਸੀਂ ਸਮਝੇ ਨਹੀਂ। ਹੁਣ ਗੁਰਮੁਖ ਪਿਆਰਿਓ, ਲੇਟ ਹੋਣਾ ਸੀ, ਹੋ ਗਿਆ। ਜੋ ਲੇਟ ਹੋਣਾ ਸੀ ਉਹ ਹੋ ਗਿਆ। ਉਸੇ ਵੇਲੇ ਉੱਠ ਕੇ ਮੁੱਖ ਦੇ ਵਿੱਚੋਂ ਕੱਢੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਤੁਸੀਂ ਸਵੇਰੇ ਉੱਠਣ ਸਾਰ ਮੁੱਖ ਦੇ ਵਿੱਚੋਂ ਇਹ ਵਚਨ ਉਚਾਰਨੇ ਸ਼ੁਰੂ ਕਰ ਦਿੱਤੇ,
ਤੁਸੀਂ ਆਪਣਾ ਖਜ਼ਾਨਾ ਬਚਾਉਣਾ ਸ਼ੁਰੂ ਕਰ ਦਿੱਤਾ, ਤੁਸੀਂ ਆਪਣੇ ਸਵਾਸਾਂ ਰੂਪੀ ਧਨ ਬਚਾਉਣਾ ਸ਼ੁਰੂ ਕਰ ਦਿੱਤਾ। ਜੇ ਤੁਹਾਡੇ ਮੁਖ ਦੇ ਵਿੱਚੋਂ ਇਹ ਵਚਨ ਨਾ ਨਿਕਲਿਆ, ਤੁਸੀਂ ਚਿੰਤਾ ਦੇ ਵਿੱਚ, ਲੜਾਈ ਝਗੜੇ ਦੇ ਵਿੱਚ ਪੈ ਗਏ। ਮੈਂ ਲੇਟ ਹੋ ਗਿਆ, ਫਟਾਫਟ ਉੱਠਦਾ, ਬੁੜ ਕਰਦਾ, ਬਾਥਰੂਮ ਵੱਲ ਭੱਜਦਾ, ਸਮਝ ਲਓ ਉਸੇ ਵੇਲੇ ਇਹਨਾਂ ਨੇ ਤੁਹਾਡੇ ਸਵਾਸਾਂ ਰੂਪੀ ਧਨ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਇੱਥੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਕਿਉਂ? ਕਿਉਂਕਿ ਸਾਡੇ ਗੁਰੂ ਦੇ ਸਿੱਖ ਦੇ ਲਈ ਇੱਕ ਡੈਫੀਨੇਸ਼ਨ ਦਿੱਤੀ ਹੈ, ਸਿੱਖ ਦੇ ਲਈ ਇੱਕ ਉਪਦੇਸ਼ ਦਿੱਤਾ ਹੈ। ਅਸੀਂ ਉਸ ਉਪਦੇਸ਼ ਨੂੰ ਗੁਰਮੁਖ ਪਿਆਰਿਓ ਸੱਤ ਸੱਤ ਕਰਕੇ ਮੰਨਣਾ ਹੁੰਦਾ ਹੈ। ਅਸੀਂ ਉਸ ਉਪਦੇਸ਼ ਨੂੰ ਮੰਨਦੇ ਨਹੀਂ। ਇਹ ਸਾਡੇ ਅੰਦਰ ਫੁਰਨੇ ਦਈ ਜਾਂਦੇ ਹੈ। ਬਾਥਰੂਮ 'ਚ ਚਲਾ ਗਿਆ, ਉੱਥੇ ਵੀ ਬੁੜਬੁੜ ਕਰਦਾ, ਫਟਾਫਟ ਇਸ਼ਨਾਨ ਕੀਤਾ, ਹੁਣ ਸਾਰ ਚਾਹ ਨਹੀਂ ਮਿਲੀ, ਜੇ ਚਾਹ ਮਿਲੀ ਤਾਂ ਗਰਮ ਮਿਲੀ ਜ਼ਿਆਦਾ, ਉੱਥੇ ਵੀ ਬੁੜਬੁੜ ਕਰਦਾ। ਭਾਵ ਇਹਨਾਂ ਚੋਰਾਂ ਨੇ ਆਪਣਾ ਜਾਲ ਪਾ ਦਿੱਤਾ, ਇਸ ਨੂੰ ਅੰਮ੍ਰਿਤ ਵੇਲਾ ਭੁਲਾ ਦਿੱਤਾ, ਇਸ ਨੂੰ ਮਾਲਕ ਭੁਲਾ ਦਿੱਤਾ। ਇਸ ਦੇ ਉੱਤੇ ਇਹ ਪੰਜੇ ਚੋਰ ਹਾਵੀ ਹੋ ਚੁੱਕੇ। ਹੁਣ ਇਸ ਮਨ ਬੱਚੇ ਨੇ ਸਾਰਾ ਦਿਨ ਇਹ ਜੋ ਸਵਾਸਾਂ ਦਾ ਭੰਡਾਰਾ ਲੈ ਕੇ ਆਇਆ ਸੀ, ਇਹ ਗੁਰਮੁਖ ਪਿਆਰਿਓ ਇਸੇ ਚੱਕਰਾਂ ਦੇ ਵਿੱਚ ਖਰਚ ਕਰ ਦੇਣਾ। ਭਾਵ ਜੋ ਕਿੱਥੇ ਖਰਚ ਹੁੰਦਾ ਹੈ, ਜੋ ਆਪਾਂ ਮਨ ਦੇ ਵਿੱਚ ਸੋਚਦੇ ਹਾਂ, ਜਿਹੜੇ ਵਿਚਾਰ, ਜਿਹੜੇ ਫੁਰਨੇ ਅਸੀਂ ਲੈਂਦੇ ਹਾਂ, ਸਾਡਾ ਇਹ ਧਨ ਉੱਥੇ ਹੀ ਖਰਚ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਉਹ ਫੁਰਨੇ ਸਾਡੇ ਸਤੋ ਗੁਣ ਦੇ ਹੋਣ, ਰਜੋ ਗੁਣ ਦੇ ਹੋਣ, ਤਮੋ ਗੁਣ ਦੇ ਹੋਣ, ਪਰ ਹੈਗੇ ਤੇ ਫੁਰਨੇ ਆ ਨਾ। ਇਹ ਜਿਹੜੇ ਫੁਰਨੇ ਆ, ਇਹਨਾਂ ਨੂੰ ਪਾਤਸ਼ਾਹ ਨੇ ਮਾਇਆ ਦਾ ਰੂਪ ਦਿੱਤਾ। ਇਹਨੂੰ ਮਾਇਆ ਦਾ ਰੂਪ ਦਿੱਤਾ ਪਾਤਸ਼ਾਹ ਨੇ। ਪਾਤਸ਼ਾਹ ਕਹਿੰਦੇ ਜਾਂ ਰਜੋ ਗੁਣ ਹੈ, ਜਾਂ ਸਤੋ ਗੁਣ ਹੈ, ਜਾਂ ਤਮੋ ਗੁਣ ਹੈ, ਇਹ ਮਾਇਆ ਹੈ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਕਹਿੰਦੇ ਜਿਹੜੇ ਇਹ ਗੁਣ ਨੇ ਨਾ, ਤਿੰਨੇ, ਤ੍ਰੈ ਗੁਣ ਕਹਿ ਦਿੰਦੇ ਆ ਜਿਨ੍ਹਾਂ ਨੂੰ, ਇਹ ਕਹਿੰਦੇ ਮਾਇਆ ਹੈ ਸਾਰੇ। ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥਾ ਪਦ ਕੋ ਜੋ ਨਰ ਚੀਨੈ, ਕਹਿੰਦੇ ਚੌਥੇ ਪਦ ਕੋ ਜੋ ਨਰ ਚੀਨੈ, ਤਿਨਹੀ ਪਰਮ ਪਦ ਪਾਇਆ। ਕਹਿੰਦੇ ਉਸੇ ਨੇ ਵੀ ਪਰਮ ਪਦੀ ਪ੍ਰਾਪਤ ਹੋ ਜਾਣੀ ਹੈ। ਹੁਣ ਗੁਰਮੁਖ ਪਿਆਰਿਓ, ਅਸੀਂ ਦੇਖਣਾ, ਅਸੀਂ ਸੋਚਣਾ ਕਿ ਅਸੀਂ ਕਿੱਦਾਂ ਬਚਾਈਏ। ਕਿਹੜੀ ਡੈਫੀਨੇਸ਼ਨ ਹੈ, ਕੀ ਉਪਦੇਸ਼ ਹੈ ਮਨ ਬੱਚੇ ਨੂੰ ਗੁਰੂ ਦਾ। ਪਾਤਸ਼ਾਹ ਫਿਰ ਆਪਾਂ ਨੂੰ ਹੁਕਮ ਦਿੰਦੇ ਹੈ, ਗੁਰ ਸਤਗੁਰ ਕਾ ਜੋ ਸਿੱਖ ਅਖਾਏ। ਕਹਿੰਦੇ ਜਿਹੜਾ ਉਸ ਮਾਲਕ ਦਾ ਸਿੱਖ ਕਹਾਉਂਦਾ, ਸੱਚਾ ਸਿੱਖ ਕਹਾਉਂਦਾ, ਜਿਹੜਾ ਉਹਦਾ ਤੇ ਅਸੀਂ ਸਾਰੇ ਸਿੱਖ ਕਹਾਉਂਦੇ ਹਾਂ। ਪਾਤਸ਼ਾਹ ਕਹਿੰਦੇ ਉਹ ਸਿੱਖ ਹੈ ਮੇਰਾ ਜੋ ਵਚਨਾਂ ਨੂੰ ਕਮਾਏਗਾ, ਵਚਨਾਂ ਨੂੰ ਮੰਨੇਗਾ। ਗੁਰ ਸਤਗੁਰ ਕਾ ਜੋ ਸਿੱਖ ਅਖਾਏ, ਭਲ ਕੇ ਉਠ ਹਰ ਨਾਮ ਤੇ ਆਵੇ। ਕਹਿੰਦੇ ਉਠਣ ਸਾਰ ਕੀ ਕਰਨਾ? ਕਹਿੰਦੇ ਨਾਮ ਨੂੰ ਧਿਆਉਣਾ। ਪਰ ਅਸੀਂ ਗੁਰਮੁਖ ਪਿਆਰਿਓ ਬਾਥਰੂਮ ਦੀ ਵੱਲ ਦੌੜ ਜਾਂਦੇ। ਪਾਤਸ਼ਾਹ ਕਹਿ ਰਹੇ ਨਹੀਂ, ਗੁਰ ਸਤਗੁਰ ਕਾ ਜੋ ਸਿੱਖ ਅਖਾਏ, ਭਲ ਕੇ ਉਠ ਹਰ ਨਾਮ ਤੇ ਆਵੇ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਹੁਣ ਇੱਥੇ ਸੰਗਤ ਨੇ ਕਹਿ ਦੇਣਾ, ਵੀਰ ਜੀ ਤੁਸੀਂ ਤੇ ਕਹਿ ਰਹੇ ਸੀ ਬਾਥਰੂਮ ਵੱਲ ਦੌੜ ਜਾਣਾ, ਦੌੜ ਜਾਂਦੇ ਹੋ, ਪਰ ਇਹ ਪਾਤਸ਼ਾਹ ਹੀ ਕਹਿ ਰਹੇ ਹੈ ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ। ਇਹ ਗੁਰਮੁਖ ਪਿਆਰਿਓ ਇੱਥੇ ਧਿਆਨ ਦਿਓ ਥੋੜਾ। ਇੱਥੇ ਪਾਤਸ਼ਾਹ ਨੇ ਸਾਡੇ ਇਸ਼ਨਾਨ ਦੀ ਗੱਲ ਨਹੀਂ ਕੀਤੀ। ਇੱਥੇ ਸਾਡੇ ਇਸ਼ਨਾਨ ਬਾਰੇ ਨਹੀਂ ਪਾਤਸ਼ਾਹ ਨੇ ਆਖਿਆ,
ਪਾਤਸ਼ਾਹ ਇੱਥੇ ਇਸ਼ਨਾਨ ਦੀ ਗੱਲ ਕਰ ਰਹੇ ਆ, ਮਨ ਬੱਚੇ ਦੀ, ਮਨ ਬੱਚੇ ਦੇ ਇਸ਼ਨਾਨ ਦੀ ਗੱਲ ਕਰਦੇ ਆ। ਉਦਮ ਕਰੇ ਪਲਕੇ ਪ੍ਰਵਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਇਹ ਅੰਮ੍ਰਿਤਸਰ ਸਰੋਵਰ ਦੀ ਗੱਲ ਕਰਦੇ ਆ। ਆਪਾਂ ਹਰ ਰੋਜ਼ ਅੰਮ੍ਰਿਤਸਰ ਸਰੋਵਰ ਨਹੀਂ ਜਾ ਸਕਦੇ। ਕੋਈ 10 ਕਿਲੋਮੀਟਰ, ਕੋਈ 100 ਕਿਲੋਮੀਟਰ, ਕੋਈ 400 ਕਿਲੋਮੀਟਰ, ਕਈ ਹਜ਼ਾਰਾਂ ਕਿਲੋਮੀਟਰ ਵੀ ਬੈਠੇ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ। ਕਿੱਦਾਂ ਆਉਣਗੇ ਰੋਜ਼ ਅੰਮ੍ਰਿਤਸਰ? ਪਾਤਸ਼ਾਹ ਤੇ ਹਰ ਰੋਜ਼ ਦੀ ਗੱਲ ਕਰਦੇ ਆ। ਪਾਤਸ਼ਾਹ ਤੇ ਹਰ ਰੋਜ਼ ਦੀ ਗੱਲ ਕਰਦੇ ਆ ਅੰਮ੍ਰਿਤਸਰ। ਜਿਹੜਾ ਸਾਡੀ ਇਸ ਕਾਇਆ ਦੇ ਅੰਦਰ ਕੀ ਕੁਝ ਹੈ, ਜੋ ਕੁਝ ਆਪਾਂ ਬਾਹਰ ਦੇਖਦੇ ਆ ਨਾ, ਉਹ ਸਾਰਾ ਕੁਝ ਪਾਤਸ਼ਾਹ ਨੇ ਮੋਹਰ ਲਾ ਦਿੱਤੀ, ਕਹਿੰਦੇ ਤੇਰੀ ਕਾਇਆ ਦੇ ਅੰਦਰ ਹੈ। ਹੁਣ ਜੇ ਗੁਰਮੁਖ ਪਿਆਰਿਓ ਬਾਹਰ ਆਪਣੇ ਇੰਡੀਆ ਦੇ ਵਿੱਚ ਅੰਮ੍ਰਿਤਸਰ ਹੈ, ਤਾਂ ਪਾਤਸ਼ਾਹ ਕਹਿੰਦੇ ਤੇਰੀ ਕਾਇਆ ਦੇ ਵਿੱਚ ਵੀ ਅੰਮ੍ਰਿਤਸਰ ਹੈ। ਜੇ ਬਾਹਰ ਮੱਕਾ ਮਦੀਨਾ ਹੈ, ਤਾਂ ਪਾਤਸ਼ਾਹ ਕਹਿੰਦੇ ਤੇਰੀ ਕਾਇਆ ਦੇ ਵਿੱਚ ਵੀ ਮੱਕਾ ਮਦੀਨਾ ਹੈ। ਇਹ ਗੁਰਬਾਣੀ ਗੁਰੂ ਦਾ ਫੈਸਲਾ ਹੈ। ਗੁਰਮੁਖ ਪਿਆਰਿਓ, ਪਾਤਸ਼ਾਹ ਕਹਿ ਰਹੀ ਹੈ ਗੁਰਬਾਣੀ ਦੇ ਵਿੱਚ, ਜੋ ਬ੍ਰਹਮੰਡ ਹੈ, ਕਹਿੰਦੇ ਜੋ ਕੁਛ ਬ੍ਰਹਮੰਡ ਦੇ ਵਿੱਚ ਵੇਖਦੇ ਹੋ, ਜੋ ਬ੍ਰਹਮੰਡ ਹੈ ਸੋਈ ਪਿੰਡ ਹੈ। ਕਹਿੰਦੇ ਉਹ ਸਾਰਾ ਕੁਝ ਤੇਰੇ ਪਿੰਡੇ ਦੇ ਵਿੱਚ ਹੈ। ਜੋ ਬ੍ਰਹਮੰਡ ਹੈ ਸੋਈ ਪਿੰਡ ਹੈ। ਪਾਤਸ਼ਾਹ ਸਾਨੂੰ ਨਹੀਂ ਪਤਾ ਲੱਗਦਾ ਇੰਨਾ ਕੁਛ। ਅੰਮ੍ਰਿਤਸਰ ਸਰੋਵਰ ਸਾਡੇ ਕਾਇਆ ਦੇ ਅੰਦਰ, ਪਾਤਸ਼ਾਹ ਕਹਿੰਦੇ ਹਾਂ ਹੈ। ਫਿਰ ਪਤਾ ਕਿੱਦਾਂ ਲੱਗੇਗਾ? ਪਾਤਸ਼ਾਹ ਕਹਿੰਦੇ ਜੋ ਖੋਜ ਕਰੇਗਾ ਉਸ ਨੂੰ ਪਤਾ ਲੱਗੇਗਾ। ਖੋਜਣਾ ਪੈਣਾ। ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੇ। ਪਾਤਸ਼ਾਹ ਕਹਿੰਦੇ ਖੋਜ ਕਰ ਲੈ ਭਲਿਆ, ਖੋਜ ਕਰਨ ਦੇ ਨਾਲ ਤੈਨੂੰ ਪਤਾ ਲੱਗ ਜਾਣਾ, ਪਾ ਲੈਣਾ। ਫਿਰ ਗੁਰਮੁਖ ਪਿਆਰਿਓ, ਆਪਾਂ ਨੇ ਖੋਜ ਕਰਨੀ ਹੁੰਦੀ ਹੈ। ਖੋਜ ਕਰਕੇ ਆਪਾਂ ਉਸ ਸਰੋਵਰ ਦੇ ਵਿੱਚ ਮਨ ਬੱਚੇ ਦਾ ਇਸ਼ਨਾਨ ਕਰਾਉਣਾ। ਮਨ ਬੱਚੇ ਦਾ ਇਸ਼ਨਾਨ ਕਰਵਾ ਕੇ ਪਾਤਸ਼ਾਹ ਦੇ ਹੁਕਮ ਨੂੰ ਮੰਨਣਾ ਹੁੰਦਾ। ਉਹ ਕਿੱਦਾਂ ਕਰ ਸਕਦੇ ਆ? ਆਪਾਂ ਉੱਠਣ ਸਾਰ ਆਪਣੇ ਮੁਖ ਦੇ ਵਿੱਚ ਹੋਣਾ ਚਾਹੀਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉੱਠਣ ਸਾਰ ਜਦੋਂ ਅਸੀਂ ਨਾਮ ਜਪਦੇ ਆ, ਮਨ ਸ਼ਾਂਤ ਹੁੰਦਾ। ਫਿਰ 5-7 ਮਿੰਟਾਂ ਦੇ ਬਾਅਦ ਸਾਡੇ ਅੰਦਰ ਅੰਮ੍ਰਿਤ ਸਾਡੀ ਰਚਨਾ ਤੇ ਆਉਣਾ ਸ਼ੁਰੂ ਹੋ ਜਾਂਦਾ। ਜਦੋਂ ਅੰਮ੍ਰਿਤ ਰਚਨਾ ਤੇ ਆਉਂਦਾ, ਅੰਮ੍ਰਿਤ ਕਿੱਥੋਂ ਆਉਂਦਾ ਰਚਨਾ ਤੇ? 10ਵੇਂ ਦੁਆਰ ਦੇ ਵਿੱਚੋਂ। ਅੰਮ੍ਰਿਤ ਰਚਨਾ ਦੇ ਵਿੱਚ ਕਿੱਥੇ ਆਉਂਦਾ? 10ਵੇਂ ਦੁਆਰ ਦੇ ਵਿੱਚੋਂ। 10ਵੇਂ ਦੁਆਰ ਕੌਣ ਰਹਿੰਦਾ? ਮਾਲਕ ਰਹਿੰਦਾ। 10ਵਾਂ ਦੁਆਰ ਕਿੱਥੇ ਹੈ? ਜਿੱਥੇ ਮੇਰਾ ਮਾਲਕ ਰਹਿੰਦਾ। ਉਹ ਕਿੱਥੇ ਹੈ? ਉਹ ਸਾਰਿਆਂ ਤੋਂ ਆਪਣੇ ਸਰੀਰ ਦੀ ਕਾਇਆ ਰੂਪੀ ਮਕਾਨ ਦੀ ਜਿਹੜੀ ਉੱਚੀ ਥਾਂ ਹੈ, ਉੱਥੇ ਮੇਰਾ ਪਾਤਸ਼ਾਹ ਵਸਦਾ। ਪਾਤਸ਼ਾਹ ਗੁਰਬਾਣੀ ਜੀ ਵੀ ਆਪਾਂ ਪੜ੍ਹਦੇ ਆ ਨਾ, ਵੱਡਾ ਸਾਹਿਬ ਉੱਚਾ ਥਾਓ। ਜਿਹੜਾ ਵੱਡਾ ਸਾਹਿਬ ਹੈ ਉਹ ਕਿੱਥੇ ਹੈ? ਉੱਚੇ ਥਾਂ ਦੇ ਉੱਤੇ। ਉੱਚੇ ਉੱਪਰ ਉੱਚਾ ਨਾਉ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੈ ਕੋ ਜਾਣੈ ਸੋਏ। ਕਹਿੰਦੇ ਜੇ ਕਿਸੇ ਨੇ ਦੇਖਣਾ ਹੈ, ਉਹ ਤਾਂ ਉੱਥੇ ਤੱਕ ਪਹੁੰਚ ਸਕਦਾ। ਜੇ ਕੋਈ ਇੰਨਾ ਉੱਚਾ ਹੋਏਗਾ। ਏਵੜ ਉੱਚਾ ਹੋਵੇ ਕੋਏ, ਇੰਨਾ ਉੱਚਾ ਤੂੰ ਹੋ ਜਾ, ਭਗਤੀ ਕਰ ਲੈ, ਬੰਦਗੀ ਕਰ ਲੈ, ਤੂੰ ਦੇਖ ਲੈ। ਹੁਣ ਵੱਡਾ ਸਾਹਿਬ ਉੱਪਰ ਹੈ, 10ਵਾਂ ਦੁਆਰ ਉੱਤੇ ਹੈ। ਉਤੋਂ ਅੰਮ੍ਰਿਤ ਗੁਰਮੁਖ ਪਿਆਰਿਓ ਜਦੋਂ ਰਚਨਾ ਤੇ ਆਉਂਦਾ, ਫਿਰ ਰਸਤੇ ਦੇ ਵਿੱਚ ਮਨ ਬੈਠਾ। ਮਨ, ਉਸ ਮਨ ਬੱਚੇ ਦਾ ਫਿਰ ਰਸਤੇ ਦੇ ਵਿੱਚ ਇਸ਼ਨਾਨ ਹੋ ਜਾਂਦਾ। ਮਨ ਬੱਚਾ ਕਿੱਥੇ ਹੈ? ਆਪਣਾ ਮਨ ਬੱਚਾ ਕਿੱਥੇ ਹੈ? ਨੇਤਰਾਂ ਦੇ ਵਿਚਾਲੇ। ਉੱਤੋਂ ਰਸ ਟੱਪ ਗਿਆ, ਮਨ ਬੱਚੇ ਦਾ ਇਸ਼ਨਾਨ ਹੋ ਕੇ ਸਾਡੀ ਰਚਨਾ ਤੇ ਆ ਪਿਆ। ਮਨ ਬੱਚੇ ਦਾ ਇਸ਼ਨਾਨ ਹੋ ਗਿਆ। ਇਹ ਇਸ਼ਨਾਨ ਦੀ, ਇਸ ਅੰਮ੍ਰਿਤਸਰ ਸਰੋਵਰ ਦੀ ਗੱਲ ਕੀਤੀ ਹੈ ਪਾਤਸ਼ਾਹ ਨੇ। ਹਰ ਰੋਜ਼
पहला जो सिख की डेफिनेशन है ये है गुरमुख प्यारे। आप सारिया ने हर रोज की करिया करना, गुर सतगुर का जो सिख अखाए, पल के उठ हर नाम ते आवे, उद्यम करे पल के प्रभाती, इशनान करे अमृत सर नावे। इस मन बच्चे का इशनान करवाया करिए, होर इस तो अगे कार्यक्रम जो भी दिन का करना वो करना, उस करन दे विच भी थोड़ा जा बदलाव कर दो। की बदलाव करिए? पातशाह कहते हैं सिमर सिमर हर कारण करना। कहते जिहड़ा भी कारज करना वो सिमर दे करना। सिमर सिमर हर कारण करना। हर एक कारज नूं कहते सिमर दे ही करिया करो। हुण गुरमुख प्यारिओ समा अपना हो गया, बल्कि 2-3 मिनट बाद ही ले गए। इन्नी क हाजरी नूं प्रवान करियो। विचार करदे आ एक नहीं अनेकां प्रकार दीआं उणताइयां हो जांदियां ने। आप रब रूप संगत ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਪਰਮਾਤਮਾ ਬਖਸ਼ਣ ਜੋਗੋਂ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ